सत श्री अकाल जी। पंजाब हरियाणा हिमाचल देख रहे सारे दर्शकों का स्वागत है। बुलेटिन 23 जिले ते खबर विच मैं हाँ तुहाडे नाल कृष्ण सिंह। पंजाब कांग्रेस विच मचे हुए सियासी भुचाल तो बाद हुण बैठकां गुप्त तरीके नाल चल रही ने। जेल मंत्री सुखजिंदर सिंह रंधावा सने कई विधायकों की बैठक हुई है। मदन लाल जलालपुर प्रगट सिंह इस बैठक का हिस्सा सन। मदन लाल जलालपुर नाल जी पंजाब हरियाणा हिमाचल ने खास गलबात की, पर इस बैठक का खंडन जलालपुर करते दिखाई दिते, जिन्हां दा बयान सी कि असी कोई बैठक नहीं की। कैप्टन अमरिंदर सिंह के खिलाफ तो कुछ नहीं बोले, पर बेदबियां के मुद्दे ते मदन लाल जलालपुर बोलते दिखाई दिते कि सरकार इंसाफ नहीं दे सकी। तो सीएम साहब ने सानू बुलाया, साढ़े सारे सुझाव है कल्ले कल्ले एमएलए लोग की चाहते हैं, लोगों की आवाज की, असं दस लोगों की आवाज। राजा बड़िंग ने भी कल एक गल आखी है कि किते न किते नुकसान बरगाड़ी का जरूर देखने को मिलेगा कांग्रेस को, पर ज्यादा नहीं होगा लेकिन होएगा। नहीं देखो, मैं कहने उन्होंने कल्ले कल्ले नाल सलाह की है, बिठा के सानू बुलाया सीएम साहब ने, सानू सारे बुला के सारे एमएलए ने पूछा भी तुसीं की चाहते हो, भी की लोगों की आवाज है। असं दसे भी आवाज है लोगों की, भी सुधार होना चाहिए, बरगाड़ी वालों सजा मिलनी चाहिए है। सीधा चंडीगढ़ लैके चलांगे जिथे साडे पत्रकार नवजोत सिंह धालीवाल साडे नाल जुड़े हुए ने। नवजोत, की लगता है बैठक का कोई अपडेट निकलिया? किहड़े विधायक कोठी चों बाहर निकलते दिखाई देते जलालपुर नूं छड्ड के? देखो, काफ़ी ਜਿਹੜੇ ਚਿਹਰੇ ਕ੍ਰਿਸ਼ਨ ਉਸ ਬੈਠਕ ਦੇ ਵਿੱਚ ਹਾਜ਼ਰ ਸੀਗੇ ਉਹ ਲੁਕਵੇਂ ਤਰੀਕੇ ਨਾਲ ਉੱਥੋਂ ਬਾਹਰ ਨਿਕਲਦੇ ਹੋਏ ਨਜ਼ਰ ਆਏ ਤਾਂ ਸੀ ਆਪਣੇ ਜਾਂ ਸੰਬੰਧੀਆਂ ਦੀ ਗੱਡੀ ਤੇ, ਪਰ ਛੱਡ ਕੇ ਉਹਨਾਂ ਨੂੰ ਗੱਡੀ ਕੋਈ ਹੋਰ ਜਾਂਦੀ ਰਹੀ ਆ। ਅਸੀਂ ਉਸ ਬਾਰੇ ਚਰਚਾ ਨਹੀਂ ਕਰਾਂਗੇ ਕਿ ਉਹ ਇਦਾਂ ਕਿਉਂ ਹੋਇਆ, ਕਿ ਸ਼ਾਇਦ ਜਿਹੜੀ ਬਹੁਤ ਹੀ ਲੁਕਵੇਂ ਤਰੀਕੇ ਨਾਲ ਇਹ ਬੈਠਕ ਰੱਖੀ ਗਈ ਸੀਗੀ, ਬਹੁਤ ਗੁਪਤ ਢੰਗ ਤਰੀਕੇ ਦੇ ਨਾਲ ਜਿਹੜਾ ਹੈਗਾ ਇੱਕ ਨਿੱਜੀ ਰਾਜ ਦੇ ਉੱਤੇ ਜਿਵੇਂ ਇਹ ਬੈਠਕ ਹੁੰਦੀ ਹੈ, ਤਾਂ ਇਸ ਤੋਂ ਸਮਝ ਆਉਂਦਾ ਕਿ ਜਿਹੜੀਆਂ ਪਿਛਲੀਆਂ ਬੈਠਕਾਂ ਹੁੰਦੀਆਂ ਨੇ, ਚਾਹੇ ਉਹ ਸਰਕਾਰੀ ਰਹਿਸ਼ਾਂ ਤੇ ਹੁੰਦੀਆਂ ਨੇ, ਵਜ਼ੀਰਾਂ ਦੀਆਂ ਰਹਿਸ਼ਾਂ ਦੇ ਉੱਤੇ ਹੁੰਦੀਆਂ ਨੇ, ਵੀ ਉਹਨਾਂ ਦਾ ਕੋਈ ਨਾ ਕੋਈ ਪੱਤਾ ਖੁੱਲ ਜਾਂਦਾ ਹੈ। ਸ਼ਾਇਦ ਇਸ ਨੂੰ ਬਹੁਤ ਲੁਕਵੇਂ ਤਰੀਕੇ ਨਾਲ ਰੱਖਿਆ ਗਿਆ ਸੀਗਾ, ਪਰ ਅਜਿਹੀਆਂ ਗੱਲਾਂ ਲੁਕਵੀਆਂ ਨਹੀਂ ਰਹਿੰਦੀਆਂ। ਜਦੋਂ ਦੋ ਸਿਆਸਤਦਾਨ ਇਕੱਤਰ ਹੋਣ ਤਾਂ ਉੱਥੇ ਸਿਆਸੀ ਗੱਲਬਾਤ ਹੁੰਦੀ ਹੀ ਹੁੰਦੀ ਹੈ, ਭਾਵੇਂ ਇਸ ਤੋਂ ਸਾਰੇ ਹੀ ਇਨਕਾਰੀ ਹੁੰਦੇ ਰਹਿਣ, ਚਾਹੇ ਮਦਨ ਲਾਲ ਜਲਾਲਪੁਰ ਖੰਡਨ ਕਰਦੇ ਰਹਿਣ, ਚਾਹੇ ਸੁਖਜਿੰਦਰ ਰੰਧਾਵਾ ਇਸ ਤੋਂ ਮੁਨਕਰ ਹੁੰਦੇ ਰਹਿਣ ਕਿ ਅਸੀਂ ਨਿੱਜੀ ਤੌਰ ਤੇ ਵੀ ਮਿਲ ਸਕਦੇ ਹਾਂ, ਸਾਡੇ ਪਰਿਵਾਰਿਕ ਗੱਲਬਾਤ ਵੀ ਹੋ ਸਕਦੀ ਹੈ। ਪਰ ਉਸ ਵੇਲੇ ਸਵਾਲ ਇਹ ਪੈਦਾ ਹੁੰਦਾ ਹੈ ਜਦੋਂ ਸਰਕਾਰ ਦੇ ਵਿੱਚ ਸਾਰਾ ਕੁਝ ਨਾ ਠੀਕ ਚੱਲ ਰਿਹਾ ਹੋਵੇ, ਉਹੀ ਇਕੱਠੇ ਹੋ ਰਹੇ ਹੋਣ ਜਿਨ੍ਹਾਂ ਤੇ ਕਾਰਵਾਈ ਚੱਲ ਰਹੀ ਹੋਵੇ, ਜਾਂ ਫਿਰ ਜਿਹੜੇ ਸਰਕਾਰ ਦੀ ਮੁਖਾਲਫਤ ਕਰ ਰਹੇ ਹੋਣ, ਬਰਗਾੜੀ ਬੇਅਦਬੀ ਦੇ ਵਿੱਚ ਲੋਕਾਈ ਨੂੰ, ਗੁਰੂ ਸਾਹਿਬ ਨੂੰ ਇਨਸਾਫ ਨਾ ਦੇਣ ਬਦਲੇ, ਤਾਂ ਉਹ ਜਿਹੜਾ ਇੱਕ ਧੜਾ ਬਣ ਕੇ ਉੱਭਰਦਾ ਨਜ਼ਰ ਆ ਰਿਹਾ ਹੈ। ਤੇ ਉਹ ਕਦੇ ਸੈਕਟਰ 3 ਦੇ ਵਿੱਚ ਬੈਠਕਾਂ ਰੱਖਦਾ ਹੈ, ਕਦੇ 16 ਦੇ ਵਿੱਚ ਰੱਖਦਾ, ਕਦੇ ਪੰਚਕੂਲੇ ਰੱਖਦਾ, ਤਾਂ ਇਸ ਨੂੰ ਅਸੀਂ ਨਿੱਜੀ ਨਹੀਂ ਕਹਿ ਸਕਦੇ। ਜਿਹੜੇ ਵਿਧਾਇਕ ਨੇ ਉਹ ਜੀਰੇ ਤੋਂ ਆ ਰਹੇ ਹੈ, ਵਿਧਾਇਕ ਜਲੰਧਰ ਤੋਂ ਆ ਰਹੇ ਹੈ, ਕੋਈ ਡੇਰਾ ਬਾਬਾ ਨਾਨਕ ਤੋਂ ਆ ਰਿਹਾ ਹੈ, ਕੋਈ ਕਿਤੋਂ ਆ ਰਿਹਾ ਹੈ। ਸੋ ਇਹਦਾ ਮਤਲਬ ਕੋਈ ਮਾਹੌਲ ਇਸ ਵੇਲੇ ਸੁਖਾਲਾ ਤੇ ਆਮ ਨਹੀਂ ਚੱਲ ਰਿਹਾ। ਇਹ ਸਭ ਦੇ ਵਿੱਚ ਬਹੁਤ ਕੁਝ ਕਾਲਾ ਮਾਲਾ ਚੱਲ ਰਿਹਾ ਹੈ ਤੇ ਬਹੁਤ ਸਰਕਾਰ ਦੇ ਵਿੱਚ ਉਥਲ ਪੁਥਲ ਚੱਲ ਰਹੀ ਹੈ, ਜਿਹਦਾ ਹੱਲ ਸ਼ਾਇਦ ਹੀ ਆਪਾਂ ਕਹਿ ਸਕਦੇ ਹਾਂ ਨਿਕਲ ਸਕੇ, ਕਿਉਂਕਿ ਜਦੋਂ ਅੱਜ ਸਵੇਰੇ ਹਾਈ ਕਮਾਨ ਦੀ ਉਸ 3 ਮੈਂਬਰੀ ਕਮੇਟੀ ਦੀ ਬੈਠਕ ਹੋਈ ਹੋਵੇ, ਜਿਸ ਬੈਠਕ ਦੇ ਮਕਸਦ ਤੇ ਮਾਇਨੇ ਇਹ ਸਨ ਕਿ ਇਹਨਾਂ ਨੇ ਹੁਣ ਪੰਜਾਬ ਕਾਂਗਰਸ ਦੇ ਅੰਦਰ ਜੋ ਕੁਝ ਚੱਲ ਰਿਹਾ ਹੈ ਉਹਦੇ ਅੰਦਰ ਇੰਟਰਵੀਨ ਕਰਕੇ ਉਸ ਨੂੰ ਸੁਲਝਾਉਣਾ ਹੈ। ਉਹਨਾਂ ਨੇ ਤੈਅ ਵੀ ਕੀਤਾ ਅਸੀਂ ਇਸ ਨੂੰ ਸੁਲਝਾ ਲਵਾਂਗੇ। ਉਹਨਾਂ ਨੇ ਇਹਦੇ ਉੱਤੇ ਆਪਣਾ ਦਾਅਵਾ ਵੀ ਠੋਕਿਆ, 1 to 1 ਅਸੀਂ ਕਰਾਂਗੇ ਵਿਧਾਇਕਾਂ ਦੇ ਨਾਲ, ਜਿਹੜੇ ਰੁੱਸੇ ਹੋਏ ਨੇ, ਖਫਾ ਨੇ, ਉਹਨਾਂ ਦੀ ਗੱਲ ਅਸੀਂ ਸੁਣਾਂਗੇ। ਪਰ ਕੀ ਗੱਲ ਸੁਣਨ ਤੋਂ ਪਹਿਲਾਂ ਹੀ ਜਿਹੜੀ ਇਹ ਇਕੱਠ ਹੋਣੇ ਸ਼ੁਰੂ ਹੋ ਗਏ, ਇਹ ਬੈਠਕਾਂ ਹੋਣੀਆਂ ਸ਼ੁਰੂ ਹੋ ਗਈਆਂ ਕਿ ਇਹ ਰਣਨੀਤੀ ਘੜੀ ਜਾ ਰਹੀ ਹੈ ਵੀ ਅਸੀਂ ਉਸ ਬੈਠਕ ਦੇ ਵਿੱਚ ਕੀ ਕਰਨਾ ਹੈ, ਉਸ ਬੈਠਕ ਦੇ ਵਿੱਚ ਜਾ ਕੇ ਆਪਣਾ ਜਵਾਬ ਕਿਵੇਂ ਦਾਖਲ ਕਰਨਾ ਹੈ, ਕਿਉਂਕਿ ਇਹ ਸਾਰੇ ਉਹੀ ਚਿਹਰੇ ਸਨ ਜਿਹੜੇ ਪਿਛਲੇ ਦਿਨਾਂ ਤੋਂ ਬੋਲ ਰਹੇ ਸੀ। ਸੁਖਜਿੰਦਰ ਰੰਧਾਵਾ ਨੇ ਵੀ ਸਵਾਲ ਖੜੇ ਕੀਤੇ ਹੈ ਕਿ ਸਾਨੂੰ ਇਨਸਾਫ ਦੇਣਾ ਹੋਏਗਾ, ਕੁਲਬੀਰ ਜੀਰਾ ਹੋਰਾਂ ਨੇ ਵੀ ਸਵਾਲ ਖੜੇ ਕੀਤੇ ਹੈ, ਉਹਦੇ ਵਿੱਚ ਪ੍ਰਗਟ ਸਿੰਘ ਹੋਰਾਂ ਨੇ ਤਾਂ ਖੁੱਲ੍ਹ ਕੇ ਬੋਲੇ ਆ, ਨਵਜੋਤ ਸਿੰਘ ਸਿੱਧੂ ਕਾਫੀ ਸਮੇਂ ਤੋਂ ਬੋਲਦੇ ਆ ਰਹੇ। ਸੋ ਸਵਾਲ ਬਹੁਤ ਸਾਰੇ ਹੈ। ਸੋ ਇਹਨਾਂ ਦੇ ਜਿਹੜੇ ਹੱਲ ਹੈ ਉਹ ਹੁਣ ਦੇਖਣਾ ਹੋਵੇਗਾ ਕਿ ਹਾਈ ਕਮਾਨ ਕੱਢ ਸਕਦੀ ਹੈ ਕਿ ਨਹੀਂ ਕੱਢ ਪਾਉਂਦੀ। ਪਰ ਜਿਹੜਾ ਇਹ ਬੈਠਕਾਂ ਦਾ ਦੌਰ ਕ੍ਰਿਸ਼ਨ ਸ਼ੁਰੂ ਹੋ ਗਿਆ, ਇਹ ਸਰਕਾਰ ਨੂੰ ਕਾਫੀ ਕੁਝ ਦੱਸ ਰਿਹਾ ਹੈ
ਔਰ ਪੰਜਾਬ ਦੇ ਸਿਆਸੀ ਗਲਿਆਰਿਆਂ ਦੇ ਬਹੁਤ ਕੁਝ ਬਿਆਨ ਵੀ ਕਰ ਰਿਹਾ ਹੈ। ਨਵਜੋਤ, ਜੇਕਰ ਕਾਂਗਰਸ ਦੇ ਵਜ਼ੀਰ ਵਿਧਾਇਕ ਗੁਪਤ ਤਰੀਕੇ ਨਾਲ ਚਰਚਾਵਾਂ ਕਰ ਰਹੇ ਨੇ, ਬੈਠਕਾਂ ਕਰ ਰਹੇ ਨੇ, ਤਾਂ ਮੀਡੀਆ ਤੋਂ ਬਚਣ ਦਾ ਕਾਰਨ ਕੀ ਹੋ ਸਕਦਾ ਹੈ? ਇੱਕ ਪਾਸੇ ਗੁਪਤ ਬੈਠਕਾਂ, ਦੂਜੇ ਪਾਸੇ ਇਹ ਡਰ ਕਾਹਦਾ? ਕੀ ਕਪਤਾਨ ਸਾਹਿਬ ਦਾ ਡਰ ਸਤਾ ਰਿਹਾ ਹੈ, ਜਾਂ ਫਿਰ ਦੋ ਬੇੜੀਆਂ 'ਚ ਪੈਰ ਰੱਖਣ ਵਾਲੀ ਕਹਾਵਤ ਉਹ ਢੁਕਵੀਂ ਸਾਬਤ ਹੁੰਦੀ ਹੈ ਇੱਥੇ? ਕਾਰਨ ਸਾਫ਼ ਹੈ ਕ੍ਰਿਸ਼ਨ ਜੀ, ਬਿਲਕੁਲ। ਇਹ ਤੋਂ ਇੰਕਸ਼ਾਫ ਇਹ ਹੁੰਦਾ ਹੈ ਕਿ ਜਿਹੜੀ ਦੋ ਧੜਿਆਂ ਦੀ ਲੜਾਈ ਚੱਲ ਰਹੀ ਹੈ ਤੇ ਕਿਤੇ ਨਾ ਕਿਤੇ ਉਹਦੇ ਉੱਤੇ ਕਿਸੇ ਇੱਕ ਵੱਡੇ ਆਲੇ ਕਮਾਨ ਦੀ ਨਿਗਾਹ ਟਿਕੀ ਹੋਈ ਹੈ ਕਿ ਧੜਾ ਕਿਹੜਾ ਵੱਡਾ ਬਣ ਕੇ ਉੱਭਰਦਾ ਹੈ। ਲੋਕ ਵਿਸ਼ਵਾਸ ਕਿਹਦੇ ਉੱਤੇ ਜ਼ਿਆਦਾ ਜਤਾਉਂਦੇ ਆ, ਲੋਕਾਂ ਨੂੰ ਭਰੋਸੇ ਦੇ ਵਿੱਚ ਜ਼ਿਆਦਾ ਕਿਹੜਾ ਲੈਣ ਦੇ ਵਿੱਚ ਕਾਮਯਾਬ ਹੁੰਦਾ ਹੈ, ਤਾਂ ਉੱਥੇ ਲੋਕਮਈ ਤਰੀਕੇ ਨਾਲ ਮਿਲਣਾ ਤੈਅ ਹੋ ਜਾਂਦਾ ਹੈ ਕਿ ਸ਼ਾਇਦ ਜੇ ਇੱਧਰ ਨਹੀਂ ਤਾਂ ਇੱਧਰ ਵੀ ਸਾਡੇ ਕੋਲੇ ਰਾਹ ਬਚਦਾ ਰਹੇ। ਪਰ ਜਿਹੜੇ ਖੁੱਲ ਕੇ ਬੋਲਦੇ ਆ ਉਹ ਖੁੱਲ ਕੇ ਬੋਲਦੇ ਆ, ਔਰ ਉਹ ਮੀਡੀਆ ਤੋਂ ਪਿੱਛੋਂ ਵੀ ਜਾਂ ਜੇ ਮੀਡੀਆ ਦੇ ਸਾਹਮਣੇ ਆਉਂਦੇ ਆ ਉਹ ਵੀ ਬੋਲਦੇ ਆ, ਕਿਉਂਕਿ ਕਈਆਂ ਨੇ ਇਹ ਵੀ ਰਾਹ ਚੁਣਿਆ ਹੋਊਗਾ ਜੇ ਇੱਧਰ ਦਾ ਨਹੀਂ ਲੱਗਦਾ ਤੇ ਜਿੱਥੇ ਬੈਠੇ ਆ ਕਿਤੇ ਨਾ ਕਿਤੇ ਉੱਥੇ ਜ਼ਰੂਰ ਬੈਠੇ ਰਹੀਏ, ਉੱਥੋਂ ਜਿਹੜਾ ਸਾਡਾ ਪੱਤਾ ਨਾ ਕੱਟਿਆ ਜਾਵੇ। ਕਿਉਂਕਿ ਜੇ ਮੂੰਹ ਲਕਾਉਨੇ ਆ ਤੇ ਗੱਡੀਆਂ ਬਦਲ ਜਾਂਦੇ ਆ, ਕੈਮਰੇ ਤੋਂ ਬਚਦੇ ਆ, ਤਾਂ ਇਸ ਚੀਜ਼ ਤੋਂ ਸਾਰਾ ਕੁਝ ਸਾਫ਼ ਹੁੰਦਾ। ਜੇ ਕੁਝ ਕੈਮਰੇ ਦੇ ਸਾਹਮਣੇ ਆ ਕੇ ਇਹ ਵੀ ਕਹਿ ਦਿੰਦੇ ਆ ਕਿ ਸਾਡੀ ਨਿੱਜੀ ਬੈਠਕ ਸੀਗੀ, ਅਸੀਂ ਵੈਸੇ ਗੱਲਬਾਤ ਕਰਦੇ, ਤੁਸੀਂ ਇਹ ਵੀ ਕਰ ਸਕਦੇ ਸੀ। ਸ਼ਾਇਦ ਕਈਆਂ ਨੂੰ ਇਹ ਵੀ ਡਰ ਹੈ ਕਿ ਸ਼ਾਇਦ ਅਸੀਂ ਜਿਸ ਦੇ ਪ੍ਰਤੀ ਬਗਾਵਤ ਕਰ ਰਹੇ ਹਾਂ, ਜਿਹੜੀ ਸਰਕਾਰ ਦੇ ਪ੍ਰਤੀ ਮੁਖਾਲਫਤ ਕਰ ਰਹੇ ਹਾਂ, ਜੇ ਕੱਲ ਨੂੰ ਟਿਕਟਾਂ ਵੰਡਣ ਦੀ ਜ਼ਿੰਮੇਵਾਰੀ ਉਹਨਾਂ ਦੇ ਹੱਥ ਆ ਜਾਂਦੀ ਹੈ, ਜੇਕਰ ਇਲੈਕਸ਼ਨ ਦੀ ਜ਼ਿੰਮੇਵਾਰੀ ਉਹਨਾਂ ਦੇ ਹੱਥ ਆ ਜਾਂਦੀ ਹੈ, ਤੇ ਫਿਰ ਸਾਨੂੰ ਤਾਂ ਉਹ ਬਖਸ਼ਣਗੇ ਨਹੀਂ, ਸਾਨੂੰ ਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਰਗੜ ਦੇਣਗੇ। ਤਾਂ ਹੋ ਸਕਦਾ ਹੈ ਕਿ ਇਹ ਵੀ ਉਹਦੇ ਵਿੱਚੋਂ ਇੱਕ ਪਹਿਲੂ ਹੋਵੇ। ਤੇ ਦੂਸਰਾ ਪਹਿਲੂ ਇਹ ਵੀ ਹੋ ਸਕਦਾ ਹੈ ਕਿ ਸ਼ਾਇਦ ਉਹਨਾਂ ਸੋਚਿਆ ਹੋਵੇ ਕਿ ਅਸੀਂ ਇਸ ਵਿਵਾਦ ਦੇ ਵਿੱਚ ਕਿਉਂ ਪਈਏ, ਦੋਵੇਂ ਪਾਸੇ ਜਾ ਕੇ ਦੇਖੀਏ ਕਿਹੜਾ ਧੜਾ ਵੱਡਾ ਹੈ ਤੇ ਫਿਰ ਉਸ ਦੇ ਨਾਲ ਜਾ ਕੇ ਖੜੇ ਹੋ ਜਾਾਂਗੇ, ਉਹਨਾਂ ਦੀ ਕਤਾਰ ਦੇ ਵਿੱਚ ਲੱਗ ਜਾਾਂਗੇ, ਜੇ ਉਹ ਬਗਾਵਤ ਵਾਲਾ ਜਾਂ ਫਿਰ ਬਗਾਵਤਾਂ ਨੂੰ ਦਬਾਉਣ ਵਾਲਾ ਹੈ। ਬਿਲਕੁਲ ਨਵਜੋਤ, ਫਿਰ ਤਾਂ ਸਪਸ਼ਟ ਹੈ ਨਾ ਕਿ ਇਹ ਲੜਾਈ ਪੰਜਾਬ ਦੀ ਕੀ ਮੰਨ ਸਕਦੇ ਆ ਜਾਂ ਫਿਰ ਕੁਰਸੀ ਦੀ ਲੜਾਈ ਮੰਨੀਏ। ਦੇਖੋ, ਜੇ ਕਿਸੇ ਨੇ ਦੁਸ਼ਮਣੀ ਲੈਣੀ ਹੈ, ਬਗਾਵਤ ਕਰਨੀ ਹੈ, ਤਾਂ ਉਹ ਜ਼ਬਰਦਸਤ ਤਰੀਕੇ ਨਾਲ ਹੋ ਸਕਦੀ ਹੈ, ਜਿਵੇਂ ਸਾਬਕਾ ਮੰਤਰੀ ਸਥਾਨਕ ਸਰਕਾਰਾਂ ਨਵਜੋਤ ਸਿੰਘ ਸਿੱਧੂ ਜਾਂ ਪ੍ਰਗਟ ਸਿੰਘ ਦੇ ਬਿਆਨ ਆਉਂਦੇ ਆ। ਪਰ ਇਸ ਤਰ੍ਹਾਂ ਬੈਠਕਾਂ ਕਰਨੀਆਂ ਗੁਪਤ ਤਰੀਕੇ ਨਾਲ ਤੇ ਫਿਰ ਬਾਹਰ ਆ ਕੇ ਮੰਨਣਾ ਵੀ ਕਿ ਅਸੀਂ ਤਾਂ ਕੋਈ ਬੈਠਕ ਹੀ ਨਹੀਂ ਕੀਤੀ ਜੀ, ਅਸੀਂ ਤਾਂ ਸਿਰਫ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਗਏ ਹਾਂ। ਇਹ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਨਵਜੋਤ ਕਿ ਦੋ ਬੇੜੀਆਂ 'ਚ ਇਸ ਨੂੰ ਅਸੀਂ ਮੰਨ ਸਕਦੇ ਹਾਂ, ਪਰ ਰਣਨੀਤੀ ਕੀ ਹੋ ਸਕਦੀ? ਦੇਖੋ, ਇੱਕ ਪਾਸੇ ਹਰੀਸ਼ ਰਾਵਤ ਸਣੇ 3 ਮੈਂਬਰੀ ਕਮੇਟੀ ਉਹ ਅਪਡੇਟ ਲੈ ਰਹੀ ਹੈ। ਅਸੀਂ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਨਵਜੋਤ ਸਵਾਲ ਇਹ ਹੈ ਕਿ ਜਿਹੜੀਆਂ ਇਹ ਬੈਠਕਾਂ ਨੇ ਕੀ ਰਿਪਲੇਸਮੈਂਟ ਵੱਲ ਇਸ਼ਾਰਾ ਕਰ ਰਹੀਆਂ ਨੇ, ਜਾਂ ਫਿਰ ਜਿਹੜੀ ਪੰਜਾਬ ਪ੍ਰਧਾਨਗੀ ਹੈ ਕਾਂਗਰਸ ਦੇ, ਸੁਨੀਲ ਜਾਖੜ ਚੀਫ ਨੇ ਉਸਦੇ, ਜਾਂ ਫਿਰ ਉਸ ਤੇ ਤਲਵਾਰ ਲਟਕੀ ਹੋਈ ਹੈ ਪ੍ਰਧਾਨਗੀ ਤੇ? ਕਿਉਂਕਿ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਚਰਚਾਵਾਂ ਸੀ, ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਆਇਆ ਸੀ ਕਿ ਸਿੱਧੂ ਨੂੰ ਅਸੀਂ ਪ੍ਰਧਾਨਗੀ ਨਹੀਂ ਦੇ ਸਕਦੇ। ਦੇਖੋ ਕ੍ਰਿਸ਼ਨ, ਹਲੇ ਸਾਰੇ ਪਾਸੇ ਸਪੈਕੂਲੇਸ਼ਨਸ ਚੱਲ ਰਹੀਆਂ ਨੇ, ਅਨੁਮਾਨ ਚੱਲ ਰਹੇ ਨੇ, ਕਿਆਸ ਲਗਾਏ ਜਾ ਰਹੇ ਆ। ਇੱਕ ਗੱਲ ਤਾਂ ਸਾਫ਼ ਹੈ ਕਿ ਵਾਗਡੋਰ ਸਾਂਭਣ ਵਾਲਿਆਂ ਨੂੰ ਵੀ ਨਹੀਂ ਪਤਾ ਕਿ ਇਹ ਵਾਗਡੋਰ ਅੱਗੇ ਮੈਂ ਹੀ ਸਾਂਭਣੀ ਹੈ ਜਾਂ ਜਿਸ ਦੇ ਹੱਥ ਆਉਣੀ ਹੈ ਉਸ ਨੂੰ ਵੀ ਸ਼ਾਇਦ ਅਨੁਮਾਨ ਨਾ ਹੋਵੇ ਕਿ ਇਹ ਵਾਗਡੋਰ ਮੇਰੇ ਹੱਥ ਫੜਾ ਦਿੱਤੀ ਜਾਂਦੀ ਹੈ। ਸ਼ਾਇਦ ਉਹ ਹੈਰਾਨ ਹੋ ਜਾਵੇ ਚਿਹਰਾ ਕਿ ਇਹ ਜ਼ਿੰਮੇਵਾਰੀ ਮੇਰੇ ਹੱਥ ਕਿਵੇਂ ਦੇ ਦਿੱਤੀ ਗਈ। ਕਿਉਂਕਿ ਜਿਹੜੀ ਪੰਜਾਬ ਦੀ ਜਿਹੜੀ ਪੋਲਿਟਿਕਸ ਹੈ, ਇੱਥੇ ਦੀ ਜਿਹੜੀ ਭੂਗੋਲਿਕ ਜਿਹੜੀ ਰਾਜਨੀਤੀ ਹੈ, ਉਹ ਬੜੇ ਵੱਖਰੇ ਤਰੀਕੇ ਦੀ ਹੈ, ਬੜੀ ਕੈਲਕੂਲੇਸ਼ਨ ਦੇ ਨਾਲ ਚੱਲਦੀ ਹੈ। ਹਾਲਾਂਕਿ ਹੁੰਦਾ ਸਾਰੇ ਕਿਤੇ ਇਹੀ ਹੈ। ਜਿਵੇਂ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਬਿਆਨ ਸੁਣੇ ਹੋਣਗੇ ਕਿ ਦਲਿਤ ਸਾਡਾ ਮੁੱਖ ਮੰਤਰੀ ਹੋਵੇਗਾ, ਦਲਿਤ ਸਾਡਾ ਉਪ ਮੁੱਖ ਮੰਤਰੀ ਹੋਵੇਗਾ, ਕੋਈ ਕਹਿੰਦਾ ਅਸੀਂ ਦਲਿਤਾਂ ਨੂੰ ਵੱਧ ਜਗ੍ਹਾ ਦੇਵਾਂਗੇ। ਯਾਨੀ ਕਿ ਇੱਥੇ ਪੂਰੀ ਕੈਲਕੂਲੇਸ਼ਨ ਹੁੰਦੀ ਹੈ ਕਿ ਦਲਿਤ ਵੋਟ ਬੈਂਕ ਨੂੰ ਕਿੱਦਾਂ ਖੁਸ਼ ਕਰਨਾ ਹੈ, ਅਸੀਂ ਜਰਨਲ ਨੂੰ ਕਿੱਦਾਂ ਖੁਸ਼ ਕਰਨਾ ਹੈ, ਓਬੀਸੀ ਨੂੰ ਕਿੱਦਾਂ ਨਾਲ ਲੈ ਕੇ ਚੱਲਣਾ ਹੈ, ਧਾਰਮਿਕ ਹਲਕਿਆਂ ਦੇ ਵਿੱਚ, ਪੰਥਕ ਹਲਕਿਆਂ ਦੇ ਵਿੱਚ ਆਪਣੀ ਪੈਠ ਨੂੰ ਕਿਵੇਂ ਬਰਕਰਾਰ ਰੱਖਣਾ ਹੈ, ਸ਼ਹਿਰੀ ਵੋਟਰ ਨੂੰ ਅਸੀਂ ਕਿਵੇਂ ਨਾਲ ਖਿੱਚ ਕੇ ਰੱਖਣਾ। ਤਾਂ ਸਾਰੀ ਇਹ ਰਣਨੀਤੀਆਂ ਦਾ ਹਿੱਸਾ ਹੁੰਦਾ ਹੈ। ਔਰ ਇਸ ਦੇ ਲਈ ਜੇ ਰਿਪਲੇਸਮੈਂਟ ਜ਼ਰੂਰੀ ਹੈ ਤਾਂ ਰਿਪਲੇਸਮੈਂਟ ਵੀ ਹੋ ਸਕਦੀ ਹੈ। ਉਸ ਕਿਸੇ ਲਈ ਵੀ ਵੱਡੀ ਗੱਲ ਨਹੀਂ, ਕਿਉਂਕਿ ਪਾਰਟੀ ਨੂੰ, ਹਾਈ ਕਮਾਨ ਨੂੰ ਆਪਣੀ ਸਰਕਾਰ ਚਾਹੀਦੀ ਹੈ, ਵੱਧ ਤੋਂ ਵੱਧ ਰਾਜਾਂ ਦੇ ਵਿੱਚ ਵੱਧ ਤੋਂ ਵੱਧ ਆਪਣੀਆਂ ਲੋਕ ਸਭਾ ਦੀਆਂ ਸੀਟਾਂ ਚਾਹੀਦੀਆਂ ਨੇ ਜੇਕਰ ਮੁੜ ਤੋਂ ਮੁਲਕ ਦੀ ਸੱਤਾ ਦੇ ਉੱਤੇ ਕਾਬਜ਼ ਹੋਣਾ ਹੈ। ਸੋ ਇਸ ਨੂੰ ਦੇਖ ਕੇ ਕਦੇ ਵੀ ਗੁਰੇਜ਼ ਨਹੀਂ ਕੀਤਾ ਜਾਂਦਾ, ਪਰ ਕਈ ਵਾਰੀ ਇਦਾਂ ਵੀ ਹੁੰਦਾ ਹੈ ਕਿ ਕੋਈ ਧੜਾ ਆਪਣੀ ਪੈਂਠ ਹੀ ਇੰਨੀ ਬਣਾ ਜਾਂਦਾ ਹੈ ਜਾਂ ਉਹਦੀ ਮਜਬੂਰੀ ਇੰਨੀ ਹੋ ਜਾਂਦੀ ਹੈ ਕਿ ਉਸ ਨੂੰ ਰਿਪਲੇਸ ਕਰਨਾ ਔਖਾ ਹੋ ਜਾਂਦਾ ਹੈ। ਅਸੀਂ ਇਹ ਚੀਜ਼ਾਂ ਮੱਧ ਪ੍ਰਦੇਸ਼ ਤੇ ਰਾਜਸਥਾਨ ਦੇ ਵਿੱਚ ਦੇਖ ਸਕਦੇ ਹਾਂ। ਕਾਂਗਰਸ ਦੇ ਅੰਦਰ ਜੋ ਚੀਜ਼ਾਂ ਪਿਛਲੇ ਸਾਲਾਂ ਦੇ ਵਿੱਚ ਹੋਈਆਂ ਨੇ, ਜਿਹੜੇ ਚਿਹਰਿਆਂ ਨੂੰ ਲੈ ਕੇ ਲੋਕ ਵੱਧ ਨਾਲ ਖੜੇ ਸੀ, ਜਿਨ੍ਹਾਂ ਨੂੰ ਮੁੱਖ ਮੰਤਰੀ ਬਣਾਉਣ ਦਾ ਦਾਅਵਾ ਕਰਦੇ ਸੀਗੇ, ਪਰ ਅਖੀਰ ਦੇ ਵਿੱਚ ਆ ਕੇ
ਉਹ ਕਿਤੇ ਨੇੜੇ ਤੇੜੇ ਖੜਦੇ ਨਜ਼ਰ ਨਹੀਂ ਆਏ। ਉਹਨਾਂ ਦੇ ਵਿੱਚੋਂ ਇੱਕ ਜਿਹੜਾ ਹੈਗੇ ਆ ਉਹ ਦੁਬਾਰਾ ਪਾਰਟੀ ਛੱਡ ਕੇ ਚਲੇ ਵੀ ਗਈ। ਪਰ ਗੱਲ ਜੇਕਰ ਅਸੀਂ ਪੰਜਾਬ ਕਾਂਗਰਸ ਦੀ ਕਰਦੇ ਹਾਂ, ਇਸ ਵੇਲੇ ਜਿਹੜੀ ਦੌੜ ਹਰ ਚਿਹਰੇ ਦੀ ਵੱਖੋ ਵੱਖਰੀ ਹੈ। ਕੋਈ ਸਿਰਫ ਕੁਰਸੀ ਲਈ ਭੱਜ ਰਿਹਾ, ਕੋਈ ਆਪਣੀ ਕੁਰਸੀ ਨੂੰ ਕੰਟੀਨਿਊ ਕਿਵੇਂ ਕਰ ਸਕਦਾ ਹੈ, ਸੀਟ ਨੂੰ ਵੋਟ ਨੂੰ ਆਪਣੀ ਟਿਕਟ ਨੂੰ ਕੰਟੀਨਿਊ ਕਿਵੇਂ ਕਰ ਸਕਦਾ ਹੈ, ਤੇ ਕੋਈ ਵੱਡਾ ਚਿਹਰੇ ਵਜੋਂ ਉੱਭਰਨਾ ਚਾਹੁੰਦਾ ਹੈ, ਤੇ ਕੋਈ ਵਾਕਿਆ ਹੀ ਹਮਦਰਦੀ ਰੱਖ ਕੇ ਹਿਤੈਸ਼ੀ ਹੋ ਕੇ ਵੀ ਇਹ ਲੜਾਈ ਲੜ ਰਿਹਾ ਸੀ। ਇਸ ਗੱਲ ਤੋਂ ਵੀ ਇਨਕਾਰੀ ਨਹੀਂ ਹੋ ਸਕਦੇ ਹੈਗੇ ਕਿ ਸਾਰੇ ਇੱਕੋ ਨਾਲ ਦੇ ਹੋਣਗੇ ਜਾਂ ਸਾਰੇ ਦੁੱਧ ਧੋਤੇ ਹੋਣਗੇ ਜਾਂ ਸਾਰਿਆਂ ਦੇ ਮਨ ਦੇ ਵਿੱਚ ਪੰਜਾਬ ਦਾ ਦਰਦ ਹੋਵੇਗਾ। ਇਹ ਗੱਲ ਵੀ ਨਹੀਂ ਕਹੀ ਜਾ ਸਕਦੀ। ਹਰ ਕਿਸੇ ਦੀ ਆਪੋ ਆਪਣੀ ਹੈ। ਕਿਸੇ ਨੇ ਜੇ ਮੰਨ ਲਓ ਕਿਸੇ ਨੂੰ ਸੀਟ ਨਹੀਂ ਸੀ ਮਿਲਣੀ ਤਾਂ ਉਹ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਆਪਣਾ ਪ੍ਰੈਸ਼ਰ ਬਿਲਟ ਕਰੂਗਾ ਕਿ ਮੈਂ ਬਿਲਕੁਲ ਨਵਜੋਤ, ਪਰ ਸਵਾਲ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਚੁੱਪ ਨੇ। ਹਾਲਾਂਕਿ ਨਵਜੋਤ ਸਿੰਘ ਬਾਰੇ ਤਾਂ ਜਿਹੜਾ ਉਹ ਜਵਾਬ ਦਿੱਤਾ ਗਿਆ ਸੀ, ਬਹੁਤ ਬਹੁਤ ਧੰਨਵਾਦ। ਪਰ ਹੁਣ ਸਵਾਲ ਇਹ ਹੈ ਕਿ ਸਿਆਸੀ ਰਣਨੀਤੀ ਜਿਹੜੀ ਘੜੀ ਜਾ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਇਸ ਰਣਨੀਤੀ ਨੂੰ ਚਿੱਤ ਕਰ ਪਾਉਣਗੇ, ਕਿਉਂਕਿ ਇਸ ਤੋਂ ਪਹਿਲਾਂ ਵੀ ਪ੍ਰਤਾਪ ਸਿੰਘ ਬਾਜਵਾ ਸਣੇ तमाम ਲੀਡਰਸ਼ਿਪ ਨੇ ਸਵਾਲ ਚੁੱਕਿਆ ਸੀ। ਕੋਈ ਵੇਲਾ ਸੀ ਜਦੋਂ ਬੀਬੀ ਰਜਿੰਦਰ ਕੌਰ ਪੱਠਲ ਵੀ ਦਿੱਲੀ ਜਾ ਕੇ ਬੈਠੇ ਸੀ, ਪਰ ਕਿਵੇਂ ਕੈਪਟਨ ਅਮਰਿੰਦਰ ਸਿੰਘ ਚੁੱਪ ਰਹਿ ਕੇ ਇਹ ਸਟ੍ਰੈਟਜੀ ਘੜਦੇ ਨੇ, ਇਹ ਵੀ ਭਵਿੱਖ ਦੇ ਗਰਭ ਦੇ ਵਿੱਚ ਹੈ। ਮੁਕਤਸਰ ਤੋਂ ਖਬਰ ਹੈ ਅਗਲੀ। ਨਾਈਟ ਕਰਫਿਊ ਦੌਰਾਨ ਗੁੰਡਾਗਰਦੀ ਦੀ ਤਸਵੀਰ ਜਨਤਕ ਹੋ ਚੁੱਕੀ ਹੈ। 2 ਦਰਜਨ ਦੇ ਕਰੀਬ ਬਦਮਾਸ਼ਾਂ ਵੱਲੋਂ ਇੱਕ ਨਾਈ ਦੇ ਪਰਿਵਾਰ ਨਾਲ ਕੁੱਟਮਾਰ ਕੀਤੀ ਗਈ ਹੈ। ਸੋ ਮੁਕਤਸਰ ਤੋਂ ਵੱਡੀ ਖਬਰ ਆ ਰਹੀ ਹੈ ਕਿ 2 ਦਰਜਨ ਲੋਕ ਦੱਸੇ ਜਾ ਰਹੇ ਨੇ ਜਿਨ੍ਹਾਂ ਨੇ ਕੁੱਟਮਾਰ ਕੀਤੀ ਹੈ। ਬਦਮਾਸ਼ਾਂ ਨੇ ਨਾਈ ਦਾ ਘਰ ਤੋੜ ਦਿੱਤਾ ਹੈ। ਘਟਨਾ ਵਿੱਚ ਇੱਕ ਬਜ਼ੁਰਗ ਜੋੜਾ ਜ਼ਖਮੀ ਦੱਸਿਆ ਜਾ ਰਿਹਾ ਹੈ, ਜਿਸ ਨੂੰ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ। 2 ਤਸਵੀਰਾਂ ਘਟਨਾ ਦਾ ਕਬੂਲਨਾਮਾ ਇਸ ਨੂੰ ਮੰਨਿਆ ਜਾ ਸਕਦਾ ਹੈ। 2 ਪ੍ਰਸਪੈਕਟ ਸਾਈਜ਼ ਦੀ ਦਿਖਾ ਰਹੇ ਹਾਂ, 2 ਐਂਗਲ ਦਿਖਾ ਰਹੇ ਹਾਂ। ਪਹਿਲੀ ਤਸਵੀਰ ਮੌਕਾ ਵਾਰਦਾਤ, ਜਦੋਂ ਵਾਰਦਾਤ ਵਾਪਰੇ ਤਾਂ ਤੀਜੀ ਅੱਖ ਸੀਸੀਟੀਵੀ ਕੈਮਰਾ ਸਭ ਕੁਝ ਨੋਟ ਕਰ ਰਿਹਾ ਸੀ। ਪੂਰਾ ਵਾਕਿਆਤ ਹੋ ਕੀ ਰਿਹਾ ਹੈ, ਕਿਹੜੇ ਬੰਦੇ ਆਏ, ਕਿੰਨੇ ਆਏ, ਸਭ ਕੁਝ ਜਿਹੜਾ ਉਹ ਡੀਵੀਆਰ ਵਿੱਚ ਰਿਕਾਰਡ ਹੋ ਰਿਹਾ ਸੀ। ਦੂਜੀ ਤਸਵੀਰ ਅਟੈਕ ਤੋਂ ਬਾਅਦ ਸਰਕਾਰੀ ਹਸਪਤਾਲ ਵਿੱਚ ਦਾਖਲ ਇਹ ਪਰਿਵਾਰ ਜਿਹੜਾ MLR ਰਿਪੋਰਟ ਦੇ ਕਰਕੇ ਉੱਥੇ ਭਰਤੀ ਹੋਇਆ, ਜਿਸ ਹਿਸਾਬ ਨਾਲ ਪੰਜਾਬ ਦੀ ਪੁਲਿਸ ਕਾਰਵਾਈ ਦਾ ਹਵਾਲਾ ਦੇਵੇਗੀ। ਉਹ ਆਏ ਹੈ, ਮੈਂ ਅੰਦਰ ਵੜਦਾ ਸੀਗਾ ਤੇ ਸਾਰੇ ਲਗਾਤਾਰ ਅੰਦਰ ਵੜ ਗਏ। ਕਿਹੋ ਜਿਹੇ ਹਥਿਆਰ ਸੀ ਕੋਲੇ? ਕਾਪੇ ਤੇ ਕਿਰਪਾਨਾਂ ਸੀ। ਕਿੰਨੇ ਵਜੇ ਦੀ ਘਟਨਾ? ਇਹ ਕੋਈ ਰਾਤੀ 9:30 ਵਜੇ ਦੀ ਟਾਈਮ ਹੈ। ਪੁਲਿਸ ਵਗੈਰਾ ਆਈ ਤੁਹਾਡੇ ਕੋਲੇ? ਨਹੀਂ ਜੀ, ਕੋਈ ਨਹੀਂ ਆਈ। ਸਾਡੇ ਜੀ ਸੱਟਾਂ ਮਾਰ ਕੇ ਕੌਣ ਮਾਰਦੇ? 7 ਨੰਬਰ ਗਲੀ 'ਚ ਬੱਚੇ ਅਸੀਂ ਅੰਦਰ ਲਗਾਉਤੇ ਦਵਾ ਦਵਾ, ਸਾਡੇ ਸੱਟਾਂ ਮਾਰ ਕੇ। ਕਿ ਹਥਿਆਰ ਸੀਗੇ ਕੋਲੇ? ਕਿੰਨੇ ਹਥਿਆਰ ਸੀਗੇ ਜੀ, ਕਿੰਨੇ ਵਜੇ ਦੀ ਕਾਪੇ ਕਿਰਪਾਨਾਂ। ਸਾਡਾ ਜਿਹੜਾ ਘਰ ਦਾ ਸਾਰਾ ਖਰਾਬ ਕੀਤਾ ਹੋਇਆ, ਟੁੱਟ ਭੱਜ ਕੀਤੀ ਹੈ, ਤੁਸੀਂ ਆਪ ਵੇਖ ਲਓ ਜਾ ਕੇ। ਸਾਡੇ ਪੱਤਰਕਾਰ ਇਸ ਖਬਰ ਤੇ ਜਾਣਕਾਰੀ ਦੇਣਗੇ। ਦੇਵਾਨੰਦ, ਗੁੰਡਾਗਰਦੀ ਕਰਨ ਪਿੱਛੇ ਕਾਰਨ ਕੀ ਸੀ? ਦੱਸ ਦਈਏ ਕ੍ਰਿਸ਼ਨ ਦਾ ਜਿਹੜਾ ਕਾਰਨ ਦੱਸਿਆ ਜਾ ਰਿਹਾ ਇਹਨਾਂ ਦਾ ਕੋਈ ਪੁਰਾਣਾ ਇਹਨਾਂ ਦੀ ਕੋਈ ਰੰਜਿਸ਼ ਸੀ, ਕਿਉਂਕਿ ਚੱਲਦੇ ਜਿਹੜਾ ਸਭ ਤੋਂ ਵੱਡਾ ਸਵਾਲ ਨਿਸ਼ਾਨ ਹੁੰਦਾ ਹੈ ਵੀ ਨਾਈਟ ਕਰਫਿਊ ਸੀ ਰਾਤ 9:30 ਵਜੇ ਦਾ। ਨਾਈਟ ਕਰਫਿਊ ਸੀ, ਪੁਲਿਸ ਨੇ ਨਾਕੇਬੰਦੀ ਕੀਤੀ ਹੁੰਦੀ ਹੈ ਤੇ ਲੇਕਿਨ ਫਿਰ ਵੀ ਇਸ ਤਰ੍ਹਾਂ ਅਗਿਆਤ ਵਿਅਕਤੀ, ਕਿਉਂਕਿ ਪੁਲਿਸ ਦਾ ਦੱਸ ਰਹੀ ਹੈ ਵੀ ਅਸੀਂ ਛਾਣਬੀਨ ਕਰ ਰਹੇ ਹਾਂ, ਸੀਸੀਟੀਵੀ ਫੁਟੇਜ ਹਾਸਲ ਕਰ ਰਹੇ ਹਾਂ, ਤੇ ਲੇਕਿਨ ਨਾਕੇਬੰਦੀ ਦੇ ਇੰਨੇ ਲੋਕ ਕਿਵੇਂ ਗੁਜ਼ਰਦੇ ਨੇ ਤੇ ਕਿਵੇਂ ਉਹਨਾਂ ਕੋਲ ਹਥਿਆਰ ਹੁੰਦੇ ਨੇ ਅਤੇ ਘਰੇ ਆ ਕੇ ਉਹਨਾਂ ਨੂੰ ਕਿਸ ਤਰ੍ਹਾਂ ਕੁੱਟਮਾਰ ਕਰਦੇ ਨੇ। 2 ਦਰਜਨ ਤੋਂ ਜ਼ਿਆਦਾ ਲੋਕ ਆ ਜਿਹੜੇ ਗੁੰਡਾਗਰਦੀ ਕਰਦੇ ਹੋਏ ਤੇ ਹੇਅਰ ਕਟਿੰਗ ਕਰਨ ਵਾਲੇ ਵਿਅਕਤੀ ਨੂੰ ਜਦੋਂ ਤੇ ਜ਼ਖਮੀ ਕਰਦੇ ਨੇ। ਹਾਲਾਤ ਇਹੋ ਜਿਹੇ ਨੇ ਕਿ ਉੱਥੇ ਲੋਕ ਆ ਜਿਹੜੇ ਉਹ ਵੀ ਦੱਸਦੇ ਕਿ ਇੱਥੇ ਜਿਹੜੀ ਰਾਤ ਨੂੰ ਗੁੰਡਾਗਰਦੀ ਹੋਈ ਹੈ ਸਭ ਤੋਂ ਵੱਡਾ ਤੇ ਸਵਾਲਿਆ ਨਿਸ਼ਾਨ ਕਾਨੂੰਨ ਤੇ ਹੁੰਦਾ, ਕਿਉਂਕਿ ਪੁਲਿਸ ਰਾਤ ਨੂੰ ਕਰਫਿਊ ਦੀ ਗੱਲ ਕੀਤੀ ਜਾਂਦੀ ਹੈ, 9:30 ਦਾ ਟਾਈਮ ਹੈ, ਨਾਕੇ ਲੱਗੇ ਹੁੰਦੇ ਨੇ, ਲੇਕਿਨ ਫਿਰ ਵੀ ਇਸ ਤਰ੍ਹਾਂ ਲੋਕ ਹਥਿਆਰਾਂ ਨਾਲ ਲੈਸ ਹੋ ਕੇ ਹਮਲਾ ਕਰਦੇ ਨੇ। ਠੀਕ ਹੈ ਦੇਵਾਨੰਦ, ਬਹੁਤ ਬਹੁਤ ਧੰਨਵਾਦ। ਸੋ 2 ਤਸਵੀਰਾਂ ਤੁਹਾਨੂੰ ਅਸੀਂ ਵਿਖਾ ਰਹੇ ਹਾਂ ਕਿ ਕਿਵੇਂ ਬੇਖੌਫ ਬਦਮਾਸ਼ ਜਦੋਂ ਕਰਫਿਊ ਰਾਤ ਨੂੰ ਲੱਗਿਆ ਹੋਇਆ ਸੀ, ਕੋਵਿਡ ਦੀ ਮਹਾਮਾਰੀ ਹੈ, ਇਸ ਦਰਮਿਆਨ ਇਹਨਾਂ ਲੋਕਾਂ ਨੂੰ ਇੰਨਾ ਨਹੀਂ ਪਤਾ ਕਿ ਮਹਾਮਾਰੀ ਦੇ ਵਿੱਚ ਅਸੀਂ ਇੱਕ ਤਾਂ ਕਰਫਿਊ ਐਕਟ ਦੀ ਉਲੰਘਣਾ ਕਰ ਰਹੇ ਹਾਂ, ਦੂਜਾ ਕਿਸੇ ਦੇ ਘਰ ਜਾ ਕੇ ਧਮਕੀਆਂ ਦੇਣੀਆਂ, ਮਾਰਕੁੱਟ ਕਰਨੀ, ਉਸ ਦੀ ਲੱਗ IPC ਦੀ ਧਾਰਾ ਲੱਗਦੀ ਹੈ, ਕਿਸੇ ਨੂੰ ਇਰਾਦਾ ਹੈ ਕਤਲ। ਸੋ ਇੰਨਾ ਕੁੱਟ ਦੇਣਾ ਕਿ ਅਗਲਾ ਮਰ ਨਾ ਜਾਵੇ ਪਰ ਸੱਟਾਂ ਬਹੁਤ ਗੰਭੀਰ ਲੱਗੀਆਂ ਹੋਣ। ਸੋ ਉਹ ਵੀ तमाम ਜਿਹੜਾ IPC ਦਾ ਦਾਇਰਾ, ਉਹ ਕਾਨੂੰਨ ਕਹਿੰਦਾ ਹੈ ਕਿ ਗੈਰ ਕਾਨੂੰਨੀ ਅਪਰਾਧ ਨੇ, ਪਰ ਲੋਕ ਸਮਝਣਗੇ ਕਦੋਂ
ਇਹ ਤਾਂ ਮੁਕਤਸਰ ਦੀ ਪੁਲਿਸ ਹੀ ਦੱਸ ਸਕਦੀ ਹੈ, ਜਿਹਦੇ ਅਧਿਕਾਰ ਖੇਤਰ ਅੰਡਰ ਇਹ ਵਾਰਦਾਤ ਸਾਹਮਣੇ ਆਈ ਹੈ। ਤੁਹਾਨੂੰ ਦੱਸ ਦਈਏ ਕਿ 2 ਤਸਵੀਰਾਂ ਮੁਕਤਸਰ ਦੀਆਂ ਨੇ। ਸੋ ਨਾਈਟ ਕਰਫਿਊ ਦੌਰਾਨ ਕਿਵੇਂ ਗੁੰਡਾਗਰਦੀ ਦਾ ਨੰਗਾ ਨਾਚ ਤੁਸੀਂ ਵੇਖ ਸਕਦੇ ਹੋ। ਤੇ ਸ਼ਹਿਰ ਬਠਿੰਡਾ ਤੋਂ ਖਬਰ ਆ ਰਹੀ ਹੈ, ਗੰਦੇ ਪਾਣੀ ਨੂੰ ਲੈ ਕੇ 2 ਗੁੱਟਾਂ ਵਿਚਾਲੇ ਲੜਾਈ ਹੋਈ ਹੈ। ਲੜਾਈ ਦੌਰਾਨ ਪਤੀ ਪਤਨੀ ਜਿਹੜੇ ਉਹ ਦੱਸੇ ਜਾ ਰਹੇ ਨੇ, ਉਹਨਾਂ ਨਾਲ ਇਹ ਕੁੱਟਮਾਰ ਕੀਤੀ ਗਈ ਹੈ। ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਚੁੱਕੀ ਹੈ। ਪੀੜਤ ਔਰਤ ਨੇ ਪੰਜਾਬ ਦੀ ਪੁਲਿਸ ਦੀ ਕਾਰਵਾਈ ਤੇ ਇੱਕ ਵੱਡਾ ਸਵਾਲੀਆ ਚਿੰਨ੍ਹ ਵੀ ਲਗਾ ਦਿੱਤਾ ਹੈ। ਸੋ ਸੀਸੀਟੀਵੀ ਕੈਮਰੇ ਵਿੱਚ ਦੇਖ ਸਕਦੇ ਹੋ ਕਿ ਕੁਝ ਲੋਕ ਆਪਸ ਵਿੱਚ ਉਲਝਦੇ ਉਹ ਦਿਖਾਈ ਦੇ ਰਹੇ ਨੇ। ਸੋ ਵੱਖ-ਵੱਖ ਘਟਨਾਵਾਂ ਸੀਸੀਟੀਵੀ ਕੈਮਰੇ ਇਹਨਾਂ ਨੂੰ ਬਿਆਨ ਕਰ ਰਹੇ ਨੇ ਕਿ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਲੋਕ ਮਹਾਮਾਰੀ ਦੇ ਖੌਫ ਨੂੰ ਇੱਕ ਪਾਸੇ ਰੱਖ ਕੇ ਆਪਸ ਵਿੱਚ ਉਲਝਦੇ ਦਿਖਾਈ ਦੇ ਰਹੇ ਨੇ। ਤੇ ਕਰੋਨਾ ਦੇ ਕਾਲ ਵਿੱਚ ਜਿੱਥੇ ਲੋਕਾਂ ਨੂੰ ਸਹੂਲਤ ਦਿੱਤੀ ਜਾ ਰਹੀ ਹੈ, ਸਰਕਾਰ ਦਾਅਵਾ ਕਰ ਰਹੀ ਹੈ, ਪਰ ਕੁਝ ਲੋਕ ਪਰੇਸ਼ਾਨ ਨੇ। ਅਜਿਹੇ ਹੀ ਹਾਲਾਤ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਤਾਰ ਉਪਰਾਲਾ ਕੀਤਾ ਜਾ ਰਿਹਾ ਹੈ। ਤੁਹਾਨੂੰ ਦੱਸ ਦਈਏ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਕਸੀਜਨ, ਵੈਂਟੀਲੇਟਰ ਸਣੇ तमाम ਸਹੂਲਤਾਂ ਪੰਜਾਬ ਦੀ ਜਨਤਾ ਨੂੰ ਮੁਹੱਈਆ ਕਰਾ ਰਹੀ ਹੈ। ਬੀਬੀ ਜਗੀਰ ਕੌਰ SGPC ਪ੍ਰਧਾਨ ਨੇ, ਉਹਨਾਂ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ। ਬਿਕਰਮ ਸਿੰਘ ਮਜੀਠੀਆ ਦਾ ਵੀ ਬਿਆਨ ਆਇਆ ਹੈ, ਸਰਕਾਰ ਨੂੰ ਟਾਰਗੇਟ ਤੇ ਲਿਆ ਗਿਆ ਹੈ। ਆਪ ਦੇ ਜਿੰਨੇ ਸਰਕਲ ਨੇ ਮੇਨ ਮਜੀਠਾ, ਉੱਥੇ 5 ਕਨਸੈਂਟਰੇਟਰ ਦਿੱਤੇ ਆ। ਜਿੱਥੇ ਕਿਸੇ ਨੂੰ ਲੋਡ ਹੋਵੇ ਉਹਦੀ ਆਕਸੀਜਨ ਸੇਵਾ ਘਰ ਤੱਕ ਜਾਇਆ ਕਰੂਗੀ, ਉਹਨਾਂ ਨੂੰ ਅਸੀਂ ਕਨਸੈਂਟਰੇਟਰ ਦਿਆ ਕਰਾਂਗੇ। ਜਦੋਂ ਠੀਕ ਹੋ ਗਿਆ ਉਸ ਤੋਂ ਵਾਪਸ ਲੈ ਕੇ ਅਗਲੀ ਥਾਂ ਦਵਾਂਗੇ। 5 ਮਜੀਠੇ, 5 ਇੱਥੇ ਕੱਥੂ ਨੰਗਲ ਬਾਬਾ ਬੁੱਢਾ ਸਾਹਿਬ ਜੀ ਇੱਥੇ ਧਰਤੀ ਤੋਂ ਸੇਵਾ ਚੱਲੂਗੀ, ਤੇ 5 ਮੱਤੇਵਾਲ 15 ਕਨਸੈਂਟਰੇਟਰ ਦੀ ਹੋਮ ਸੇਵਾ, ਘਰ ਦੀ ਸੇਵਾ, ਇਹ ਸਰਕਲ ਵਾਈ ਚੱਲੂਗੀ। ਗੁਰੂ ਪਾਤਸ਼ਾਹ ਦੀ ਬਾਣੀ ਚੱਲਦੀ ਹੈ, ਹਰ ਇੱਕ ਦੇ ਕੰਨ 'ਚ ਪੈਂਦੀ ਹੈ, ਹਰ ਇੱਕ ਦੇ ਹਿਰਦੇ 'ਚ ਵਸਦੀ ਹੈ, ਤੇ ਪੋਜ਼ਿਟਿਵਿਟੀ ਉਹਦੇ ਮਨ 'ਚ ਆਉਂਦੀ ਹੈ। ਦੂਸਰੀ ਗੱਲ ਕਿ ਗੁਰੂ ਕੇ ਲੰਗਰ ਜਿਹੜੇ ਉਹ 'ਚ ਇੰਨੀ ਬਰਕਤ ਹੈ ਕਿ ਇੱਕ ਕਣਕਾ ਵੀ ਛਕ ਲਈਏ ਤਾਂ ਉਹਦੇ ਨਾਲ ਵੀ ਸਾਡਾ ਸਰੀਰ ਜਿਹੜਾ ਅਰੋਗ ਹੋ ਜਾਂਦਾ ਹੈ। ਸੋ ਅੱਜ ਸੋਹਣੇ ਪ੍ਰਬੰਧ ਲੰਗਰਾਂ ਦੇ ਕੀਤੇ ਗਏ, ਦਵਾਈਆਂ ਦੇ ਕੀਤੇ ਗਏ, ਡਾਕਟਰਸ ਐਫੀਸ਼ੀਐਂਟ ਲਾਏ ਗਏ। ਧੰਨ ਗੁਰੂ ਰਾਮਦਾਸ ਜੀ ਦੇ ਹਸਪਤਾਲ ਦੇ ਸਾਰੇ ਡਾਕਟਰਸ, ਨਰਸ, ਸਟਾਫ ਲੱਗੇ। ਤੇ ਉੱਤਰ ਪ੍ਰਦੇਸ਼ ਦੇ ਲਖੀਮਪੁਰ ਵਿੱਚ ਇੱਕ ਬਜ਼ੁਰਗ ਸਿੱਖ ਨਾਲ ਕੁੱਟਮਾਰ ਕੀਤੀ ਗਈ ਸੀ। ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਆਇਆ, ਨਿੰਦਾ ਕੀਤੀ ਗਈ ਹੈ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਤੁਹਾਨੂੰ ਦੱਸ ਦਈਏ, ਲਖੀਮਪੁਰ ਉੱਤਰ ਪ੍ਰਦੇਸ਼ ਦਾ ਇਲਾਕਾ ਜਿੱਥੇ ਇੱਕ ਬਜ਼ੁਰਗ ਸਿੱਖ ਨਾਲ ਕੁੱਟਮਾਰ ਕੀਤੀ ਗਈ ਸੀ। ਵੀਡੀਓ ਜਨਤਕ ਹੋਇਆ ਸੀ। ਬੜੇ ਬੇਰਹਿਮੀ ਨਾਲ ਉਸ ਬਜ਼ੁਰਗ ਨੂੰ ਕੁੱਟਿਆ ਜਾ ਰਿਹਾ ਸੀ। ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਐਕਸ਼ਨ ਲੈਂਦਿਆਂ ਬਿਆਨ ਦਿੱਤਾ ਹੈ ਕਿ ਦੋਸ਼ੀਆਂ ਖਿਲਾਫ ਯੂਪੀ ਪੁਲਿਸ ਸਖਤ ਕਾਰਵਾਈ ਕਰੇ। ਸਿੱਖਾਂ ਨਾਲ ਇਹ ਇੱਕ ਕਿਸਮ ਦਾ ਸਰਾਸਰ ਧੱਕਾ ਹੈ। ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਜਿੰਨੀਆਂ ਸਾਡੀਆਂ ਸਿੱਖ ਸੰਸਥਾਵਾਂ ਨੇ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਨੂੰ ਔਰ ਯੂਪੀ ਦੀਆਂ ਸਾਡੀਆਂ ਸਿੱਖ ਸੰਸਥਾਵਾਂ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਯੂਪੀ ਸਰਕਾਰ ਤੱਕ ਜਿਹੜੀ ਹੈ ਉਹ ਪਹੁੰਚ ਕੀਤੀ ਜਾਏ ਤੇ ਇਹ ਜਿਹੜੇ ਦੋਸ਼ੀ ਨੇ ਜਿਨ੍ਹਾਂ ਨੇ ਬਜ਼ੁਰਗ ਸਿੱਖ ਦੀ ਜਿਹੜੀ ਹੈ ਉਹ ਕੁੱਟਮਾਰ ਕੀਤੀ ਹੈ, ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਏ। ਪਟਿਆਲਾ ਤੋਂ ਖਬਰ ਹੈ, ਕੋਵਿਡ ਦੇ ਕੇਸ ਲਗਾਤਾਰ ਵੱਧ ਰਹੇ ਨੇ, ਮੌਤ ਦਰ ਵਿੱਚ ਇਜ਼ਾਫਾ ਹੋ ਰਿਹਾ। 24 ਘੰਟਿਆਂ ਦਰਮਿਆਨ 9 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। 6 ਹੋਰਨਾਂ ਜ਼ਿਲ੍ਹਿਆਂ ਦੇ ਦੱਸੇ ਜਾ ਰਹੇ ਨੇ, 3 ਪਟਿਆਲਾ ਤੋਂ ਬਿਲੋਂਗ ਕਰਦੇ ਨੇ। ਪਿਛਲੇ 30 ਦਿਨਾਂ ਵਿੱਚ 35 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਬਿਲਕੁਲ ਟੋਟਲ ਪਿਛਲੇ ਰਾਤ ਦੇ 12 ਵਜੇ ਤੋਂ ਰਾਤ ਦੇ 12 ਵਜੇ ਤੱਕ 24 ਘੰਟਿਆਂ 'ਚ ਸਿਰਫ 9 ਮੌਤਾਂ ਹੋਈਆਂ ਨੇ। ਤੇ ਇਹਨਾਂ 'ਚ ਮੈਂ ਖਾਸ ਤੌਰ ਤੇ ਦੱਸਦਾ ਜੀ, ਪਟਿਆਲਾ ਦੀ ਗਿਣਤੀ ਜਿਹੜੀ ਹੈ ਉਹ ਸਿਰਫ 3 ਸੀ ਤੇ ਜਿਹੜੇ 6 ਨੇ ਉਹ ਬਾਹਰਲੇ ਜ਼ਿਲ੍ਹਿਆਂ ਦੇ ਵਿੱਚੋਂ ਸੀਗੇ, ਪਟਿਆਲਾ ਦੇ ਸਿਰਫ 3 ਸੀਗੇ। ਇਹ ਵੀ ਬਹੁਤ ਵੱਡੀ ਇੱਕ ਰਾਹਤ ਦੀ ਖਬਰ ਹੈ ਜੀ। ਮੈਂ ਤੁਹਾਨੂੰ ਸਾਰਿਆਂ ਨੂੰ ਕਹਾਂਗਾ ਇਹ ਵੀ ਚਲੋ ਪਰਮਾਤਮਾ ਦੀ ਕਿਰਪਾ, ਉਹਦੀ ਵਡਿਆਈ ਹੈ ਜੀ। ਤੇ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿੱਚ ਬੀਜੇਪੀ ਨੇ ਖੂਨਦਾਨ ਕੈਂਪ ਲਗਾਇਆ ਸੀ। ਸੁਰਜੀਤ ਕੁਮਾਰ ਜਿਆਨੀ ਇਸ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ। ਕਿਸਾਨਾਂ ਨੇ ਸੁਰਜੀਤ ਸਿੰਘ ਜਿਆਨੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, ਸਵਾਲਾਤ ਵੀ ਕੀਤੇ ਕਿ ਸਰਕਾਰ ਦੀ ਕੀ ਮਜਬੂਰੀ ਹੈ,
कि खेती कानून रद्द नहीं हो सकते। इस दौरान किसानां ते सुरजीत कुमार जियानी विचाले बहस भी हुंदी दिखाई दित्ती। संदेश ये है कि लोगों को समझ नहीं गलती, जिद करते हैं लोग, बल्कि ये राजनीति बढ़ गई। अगर सही तरीके से अगर किसी ने मतलब है कि संघर्ष करना है, मुर्दाबाद करनी है, हिंदुस्तान के विच राइट है। मेरा एक ही प्रार्थना है कि वो कानून नूं वकील को जान डिस्कशन करन, जो नुक्स लगे तो जरूर करन। ਤੇ ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਮੈਨੂੰ ਦਿਓ ਆ ਗਿਆ ਤੇ ਖਬਰਾਂ ਦਾ ਸਿਲਸਿਲਾ ਜੀ ਪੰਜਾਬ, ਹਰਿਆਣਾ, ਹਿਮਾਚਲ ਤੇ ਮੁਸਲਸਲ ਜਾਰੀ ਰਹੇਗਾ।